ਦਿੱਲੀ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਕਿਸਾਨੀ ਘੋਲ ਲੜਦਿਆਂ 1 ਸਾਲ ਹੋ ਗਿਆ ਹੈ। ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਵਾਂਗੇ। ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਉੱਥੇ 1 ਮਿੰਟ ਦੇ ਵਿੱਚ ਭਾਸ਼ਣ ਦੇ ਕੇ ਇਹ ਕਹਾਣੀ ਹੀ ਖਤਮ ਕਰ ਦਿੱਤੀ। ਮੇਰੇ ਨਾਲ ਸੰਯੁਕਤ ਕਿਸਾਨ ਮੋਰਚੇ ਤੋਂ ਅਤੇ 32 ਕਿਸਾਨ ਜਥੇਬੰਦੀਆਂ ਦੇ ਮੇਨ ਮੈਂਬਰ ਹਰਮੀਤ ਕਾਦੀਆਂ ਬੈਠੇ ਨੇ। ਨੌਜਵਾਨ ਚਿਹਰਾ ਹੈ, ਨੌਜਵਾਨੀ ਹੀ ਸੋਚ ਹੈ। ਗੱਲਬਾਤ ਕਰਦੇ ਆ। ਬਾਈ ਜੀ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਗੁਰਪੁਰਬ ਦੀਆਂ ਮੁਬਾਰਕਾਂ, ਖੇਤੀ ਘੋਲ ਦੀਆਂ ਲੜਾਈਆਂ ਅਤੇ ਜਿਹੜਾ ਤੁਹਾਡਾ ਸਿਰੜ ਰਿਹਾ ਹੈ ਉਹਦੀਆਂ ਮੁਬਾਰਕਾਂ ਹੀ ਮੁਬਾਰਕਾਂ ਹੋ ਗਈਆਂ। ਸਾਰਿਆਂ ਨੂੰ ਮੁਬਾਰਕਾਂ ਜੀ। ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਵੀ ਕੁਰਬਾਨ ਕਰਤੀ। ਇਹਦੇ ਉੱਤੇ 700 ਤੋਂ ਉੱਪਰ ਕਿਸਾਨਾਂ ਨੂੰ ਅੱਜ ਸਦਾ ਦੇ ਫੁੱਲ ਅਸੀਂ ਭੇਟ ਕਰਦੇ ਹਾਂ। ਤੇ ਹਰ ਪੰਜਾਬੀ ਨੇ, ਹਰ ਕਿਸਾਨ ਨੇ, NRI ਵੀਰਾਂ ਨੇ ਤਨ ਮਨ ਧਨ ਨਾਲ ਇਸ ਅੰਦੋਲਨ ਨੂੰ ਆਪਣਾ ਸਮਝ ਕੇ, ਹਰੇਕ ਨੇ ਆਪਣੀ ਲੜਾਈ ਸਮਝ ਕੇ, ਈਵਨ ਮੈਂ ਇਹ ਵੀ ਕਹੂੰਗਾ ਜੀ ਪ੍ਰੈਸ ਤੁਹਾਡੀ ਪੰਜਾਬੀ ਸੀ ਤੇ ਇਹ ਵੀ ਆਪਣੀ ਲੜਾਈ ਸਮਝ ਕੇ ਆਪਾਂ ਇਸ ਲੜੇ ਆ ਤੇ ਬਹੁਤ ਵਧੀਆ ਪਰਮਾਤਮਾ ਨੇ ਆਪਣੀ ਸੁਣੀ ਹੈ ਤੇ ਆਪਣੀ ਜਿੱਤ ਪ੍ਰਾਪਤ ਹੋਈ ਹੈ। ਸੱਚ ਦੱਸਿਓ ਕਿ ਸੋਚਿਆ ਸੀਗਾ ਕਿ ਵਾਪਸ ਹੋ ਜਾਣਗੇ ਕਾਨੂੰਨ? ਦੇਖੋ, ਦ੍ਰਿੜ ਇਰਾਦੇ ਨਾਲ ਆਏ ਸੀਗੇ, ਇਸ ਤੋਂ ਬਿਨਾਂ ਹੱਲ ਕੋਈ ਨਹੀਂ ਸੀਗਾ। ਤੇ ਜੇ ਇਹ ਲੜਾਈ ਵੱਡੀ ਸੀ ਤਾਂ ਹੀ ਕੋਈ ਇੱਕ ਜਥੇਬੰਦੀ ਨਹੀਂ ਆਈ। 15-16 ਦਾ ਗਰੁੱਪ ਬਣਿਆ, ਫਿਰ 32 ਦਾ ਬਣਿਆ, ਫਿਰ ਆਪਾਂ ਪੰਜਾਬ 'ਚ ਲੜੇ, ਫਿਰ ਆਏ। ਇਹ ਗੱਲ ਸਮਝ ਆ ਗਈ ਸੀ ਕਿਸਾਨ ਘੱਟੋ ਘੱਟ ਲੀਡਰਾਂ ਨੂੰ, ਆਗੂਆਂ ਨੂੰ, ਤੇ ਵੀ ਇਹ ਇਕੱਲੇ ਲੜਾਈ ਜਿੱਤਣ ਵਾਲੀ ਨਹੀਂ ਹੈ, ਲੜਾਈ ਵੱਡੀ ਹੈ ਤੇ ਇਸ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਤਾਂ ਉਸ ਦ੍ਰਿੜਤਾ ਨਾਲ ਲੱਗੇ ਰਹੇ ਆ। ਕਦੀ ਜਿਵੇਂ ਸਮੁੰਦਰ 'ਚ ਲਹਿਰਾਂ ਹੁੰਦੀਆਂ, ਕਦੀ ਉੱਪਰ ਚੜ੍ਹਾਈ ਵੀ ਆਈ, ਕਦੀ ਡਾਊਨਫਾਲ ਵੀ ਆਇਆ, ਕਦੀ ਸਾਡੇ 'ਤੇ ਇਲਜ਼ਾਮ ਵੀ ਲੱਗੇ, ਕਦੀ ਅਸੀਂ ਪੈਰ ਨਹੀਂ ਛੱਡੇ, ਪਰ ਅਸੀਂ ਆਪਣੇ ਦ੍ਰਿੜ ਇਰਾਦੇ ਨਾਲ ਲੱਗੇ ਰਹੇ। ਪੋਲੀਟੀਕਲ ਪਾਰਟੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਆਪਣਾ ਜਿਵੇਂ ਉਹਨਾਂ ਨਾਲ ਫੇਸ ਹੁੰਦਾ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਲੋਕਾਂ ਦੀ ਆਪਣੀ ਲੜਾਈ ਸੀ। ਇਸ ਕਰਕੇ ਲੋਕ, ਮੈਂ ਕਹਿੰਦਾ ਵੀ ਡੈਮੋਕ੍ਰੇਸੀ ਦੀ ਜਿੱਤ ਹੋਈ ਆ, ਲੋਕਾਂ ਦੀ ਜਿੱਤ ਹੋਈ। ਹੁਣ ਪਲੈਨਿੰਗ ਕੀ ਹੈ? ਆਪਾਂ 29 ਤਰੀਕ ਦਾ ਸੈਸ਼ਨ ਡੀਕਣਾ ਹੈ, ਪਹਿਲਾਂ ਉੱਠਣਾ ਹੈ, ਮੀਟਿੰਗਾਂ ਹੋ ਰਹੀਆਂ ਨੇ, ਹੁਣ ਪਲੈਨਿੰਗ ਕੀ ਅੱਗੇ ਆਉਣ ਵਾਲੀ? ਦੇਖੋ, ਅੱਜ 2 ਵਜੇ 32 ਜਥੇਬੰਦੀਆਂ ਦੀ ਮੀਟਿੰਗ ਆ। ਪਹਿਲਾਂ ਜਿਵੇਂ ਆਪਾਂ 32 ਜਥੇਬੰਦੀਆਂ ਮੀਟਿੰਗ ਕਰਕੇ ਇਹ 'ਚੋਂ ਗੱਲ ਬਣਾ ਕੇ SKM 'ਚ ਲੈ ਕੇ ਜਾਂਦੇ ਆ। ਕੱਲ੍ਹ ਨੂੰ SKM ਦੀ ਮੀਟਿੰਗ ਆ 12 ਵਜੇ। ਤਾਂ SKM 'ਚ ਰੱਖ ਕੇ ਜਿਹੜਾ ਵੀ ਸਾਂਝੇ ਤੌਰ 'ਤੇ ਫੈਸਲੇ ਜਿਵੇਂ ਅੱਗੇ ਲੈਂਦੇ ਰਹੇ ਆ, ਕੋਈ ਸਾਂਝਾ ਫੈਸਲਾ ਹੋਊਗਾ ਉਸ ਤਰ੍ਹਾਂ ਲਿੱਤਾ ਜਾਊਗਾ। ਪਰ ਮੇਰੀ ਆਪ ਦੀ ਇਹ ਰਾਏ ਆ ਵੀ ਅਸੀਂ ਪਹਿਲਾਂ ਇਹ ਜਿਵੇਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਉਹਦੇ 'ਚ ਧੋਖਾ ਖਾ ਗਏ ਸੀ ਪੰਜਾਬੀ, ਤਾਂ ਉਹਦਾ ਡਰ ਵੀ ਸਾਡੇ ਦਿਮਾਗ 'ਚ ਹੈਗਾ ਵੀ ਐਲਾਨ ਠੀਕ ਆ, ਪਰ ਇਸ ਦਾ ਫੈਸਲਾ ਹੋਣਾ, ਇੱਕ ਰਜਿਸਟਰਡ ਹੋਣਾ ਜਾਂ ਆਰਡੀਨੈਂਸ ਜਾਰੀ ਹੋਣਾ ਜਾਂ ਪਾਰਲੀਮੈਂਟ 'ਚ ਹੋਣਾ, ਉਹ ਜ਼ਰੂਰੀ ਆ। ਤੇ ਜੇ ਆਪਾਂ ਇੰਨੀ ਦੇਰ ਬੈਠੇ ਆ, ਸਾਲ ਤੇ ਬੈਠੇ ਆ, ਤੇ ਜੇ ਥੋੜ੍ਹਾ ਜਿਹਾ ਹੋਰ ਵੀ ਬੈਠਣਾ ਪੈ ਜੂ, ਪਰ ਆਪਾਂ ਲਿਖਤ ਰੂਪ 'ਚ ਲੈ ਕੇ ਜਾਈਏ, ਜਿੱਥੇ ਜਾ ਕੇ ਆਪਾਂ ਨੂੰ ਕਦੀ ਕੋਈ ਖਦਸ਼ਾ ਨਾ ਹੋਵੇ ਵੀ ਆਪਣਾ ਇਹ ਰਿਪੀਲ ਨਹੀਂ ਕਰਾਏ ਗਏ। ਅੱਛਾ ਬਾਈ ਜੀ, ਗੱਲ ਇਹ ਹੈ ਕਿ ਜਦੋਂ ਇੱਥੇ ਆਏ ਸੀਗੇ 26 ਨਵੰਬਰ ਨੂੰ, ਉਦੋਂ ਇੱਕੋ ਮੰਗ ਸੀਗੀ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਹੋਣੇ ਆ। ਜਿਉਂ-ਜਿਉਂ ਸਮਾਂ ਪੈਂਦਾ ਰਿਹਾ, ਮੁੱਦੇ ਵੱਧਦੇ ਗਏ, ਉਲਝਦੇ ਗਏ, ਕਈ ਹੋਰ ਮੁੱਦੇ ਵੀ ਨਾਲ ਪੈਂਦੇ ਗਏ। ਹੁਣ ਉਹਨਾਂ ਚੀਜ਼ਾਂ ਦੀ ਗੱਲ ਹੋਣੀ ਹੈ, ਉਹਨਾਂ ਮੁੱਦਿਆਂ ਦੀ ਗੱਲ ਹੋਣੀ ਹੈ ਕਿ ਜਾਂ ਖੇਤੀ ਕਾਨੂੰਨ ਰੱਦ ਹੋ ਗਿਆ ਤੇ ਆਪਾਂ ਇਦਾਂ ਹੀ ਮੁੜ ਜਾਾਂਗੇ ਵਾਪਸ? ਦੇਖੋ, ਖੇਤੀ ਕਾਨੂੰਨਾਂ ਨੂੰ ਲੈ ਕੇ ਆਏ ਸੀ। MSP ਇੱਕ ਮੇਨ ਮੁੱਦਾ ਸੀਗਾ, ਕਿਉਂਕਿ MSP 1966 ਤੋਂ ਆਪਣੇ ਹਰਿਆਣਾ ਪੰਜਾਬ 'ਚ ਲੱਗੀ ਹੋਈ ਸੀ, ਤਾਂ ਆਪਾਂ ਉਹਨੂੰ ਜ਼ਿਆਦਾ ਨੇੜੋਂ ਦੇਖਿਆ ਹੋਇਆ ਸੀ। ਬਾਕੀ ਸਟੇਟਸ ਨੇ ਹਾਲੇ MSP ਦਾ ਉਹਨਾਂ ਫਾਇਦਾ ਨਹੀਂ ਲਿੱਤਾ ਹੋਇਆ, ਹਾਲੇ ਕਿਤੇ ਸ਼ੁਰੂ ਹੋਈ ਹੈ, ਕਿਤੇ ਨਹੀਂ ਹੁੰਦੀਆਂ। ਸਾਰੇ ਇੰਡੀਆ ਦੇ ਵਿੱਚ 6% ਪਰਚੇਜ਼ ਹੁੰਦੀ ਹੈ। ਅੱਜ ਅਸੀਂ ਇਹ ਕਹਿੰਦੇ ਸੀ ਅਸੀਂ ਕਿਸਾਨ ਇਕੱਠੇ ਹੋਏ ਆ, ਪੰਜਾਬੀ ਤੌਰ 'ਤੇ ਆਪਾਂ ਆਏ, ਹਰਿਆਣਾ ਤੌਰ 'ਤੇ ਲੋਕ ਆਏ, UP ਰਾਜਸਥਾਨ 'ਚ ਜੁੜੇ, ਤਾਂ ਉਹਨਾਂ ਨੂੰ MSP ਦੀ ਮਹੱਤਤਾ ਦੱਸੀ ਵੀ ਜੇ ਅਸੀਂ ਅੱਜ ਲੜਾਈ ਲੜਨ ਜੋਗੇ ਵੀ ਹੋਏ ਆ, ਜੇ ਟਰੈਕਟਰ ਖਰੀਦਣ ਜੋਗੇ ਵੀ ਹੋਏ ਆ, ਤਾਂ MSP ਇੱਕ ਰੀਜ਼ਨ ਸੀ ਜਿਹੜਾ ਸਾਡਾ ਹੱਕ ਸਾਨੂੰ ਮਿਲਿਆ ਸੀ। ਪਰ ਉਦੋਂ ਫੂਡ ਬਾਊਲ ਬਣਿਆ ਹੋਇਆ ਸੀ ਪੰਜਾਬ ਹਰਿਆਣਾ ਪੂਰੇ ਇੰਡੀਆ ਦਾ, ਆਪਾਂ ਫੂਡ ਬਾਊਲ ਪੂਰਾ ਕੀਤਾ। ਅੱਜ ਸੈਲਫ ਸਫੀਸ਼ੀਐਂਟ ਸਟੇਟਸ ਹੋ ਗਈਆਂ, ਹਰ ਸਟੇਟ ਦੇ ਵਿੱਚ ਫਸਲ ਹੋਈ ਆ, ਪਰ ਵਿਦਆਊਟ MSP ਉੱਥੇ ਫਾਰਮਰ ਸਰਵਾਈਵ ਨਹੀਂ ਕਰਦਾ, ਨਾ ਆਪਾਂ ਸਰਵਾਈਵ ਕਰਦੇ ਹਾਂ। ਇਸ ਕਰਕੇ MSP ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਰੀੜ੍ਹ ਦੀ ਹੱਡੀ ਆ ਫਾਰਮਰ ਦੀ ਇਕਨੋਮੀ ਦੀ, ਜਿਹੜੀ ਕਿ ਤੁਹਾਡੇ ਵਾਸਤੇ ਜੇ ਡਿਵਰਸਿਫਿਕੇਸ਼ਨ ਲੈ ਕੇ ਆਉਣੀ ਆ ਤਾਂ ਵੀ MSP ਦੀ ਲੋੜ ਆ। ਜੇ ਤੁਸੀਂ ਝੋਨੇ ਕਣਕ 'ਚੋਂ ਪਾਸਾ ਹਟ ਕੇ ਜੇ ਕੋਈ ਹੋਰ ਫਸਲ ਵੀ ਲਗਵਾਉਣੀ ਹੈ ਸਰਕਾਰ ਨੇ, ਵਿਦਆਊਟ MSP ਦੀ ਨਾਲ ਉਹ ਸਰਵਾਈਵ ਨਹੀਂ ਕਰ ਸਕਦਾ। ਕਿਉਂਕਿ ਕਿੰਨੀਆਂ ਹੀ ਆਪਾਂ ਕੰਟਰੈਕਟ ਫਾਰਮਿੰਗ ਆ 2013 ਜਿਹੜਾ ਹੁਣ ਪੰਜਾਬ ਨੇ ਲਿੱਤੀ ਸੀ ਉਹ ਕੈਂਸਲ ਕੀਤੀ ਆ, ਉਹਨਾਂ ਨੇ ਰਿਪੀਲ ਲਿੱਤਾ, ਉਹਨਾਂ ਨੂੰ ਸਾਰਿਆਂ ਨੂੰ ਰਿਪੀਲ ਕਰਨਾ ਪਿਆ। ਮਤਲਬ 13 ਤੋਂ ਲੈ ਕੇ ਜਿਹੜੇ ਪੰਜਾਬ ਦੀ ਅਸੈਂਬਲੀ ਸੀ, ਜਿਹੜੀ ਪਾਰਲੀਮੈਂਟ ਸੀ, ਜਿਹੜੇ ਕਾਨੂੰਨ ਲੈ ਕੇ ਆਏ, ਉਹਨੂੰ ਇਹ ਸਮਝ ਲੱਗ ਗਈ ਜਾਂ ਅਸੀਂ ਸਮਝਾਉਣ ਸਫਲ ਹੋ ਗਏ ਵੀ ਵਿਦਆਊਟ MSP ਤੁਸੀਂ ਡਿਵਰਸਿਫਿਕੇਸ਼ਨ ਵੀ ਨਹੀਂ ਕਰ ਸਕਦੇ। ਜੇ ਗੰਨਾ ਵੀ ਲਗਾਉਣਾ, ਜੇ ਤੁਸੀਂ ਮੂੰਗੀ ਲਗਾਉਣੀ, ਤੁਸੀਂ ਮੱਕੀ ਵੀ ਲਗਾਉਣੀ ਹੈ, ਦਾਲਾਂ ਵੱਲ ਜਾਣਾ। ਹੁਣ ਆਪਾਂ ਇੰਪੋਰਟ ਕੀਤੀ ਹੈ ਦਾਲਾਂ, 8200 ਰੁਪਏ ਨੂੰ ਕੀਤੀ ਹੈ, 7200 ਰੁਪਏ ਨੂੰ ਮੂੰਗੀ ਸੀਗੀ। ਜੇ ਪੰਜਾਬ ਨੂੰ ਜਾਂ ਇੱਥੇ ਦੇ ਬੰਦਿਆਂ ਨੂੰ ਕਿਹਾ ਜਾਂਦਾ ਤਾਂ 7200 ਨੂੰ ਕਿੰਨੀ ਮਰਜ਼ੀ ਮੂੰਗੀ ਪੈਦਾ ਕਰ ਲੈਂਦੇ। ਇਸ ਕਰਕੇ ਉਸ ਵੱਲ ਫੋਕਸ ਹੋਣਾ ਇੱਕ ਜ਼ਰੂਰੀ ਹੈ। ਇਕਨੋਮੀ ਦੀ ਹੱਬ ਆ, 60% ਬੰਦੇ ਅੱਜ ਵੀ ਸਿੱਧੇ ਇਨਵੋਲਵ ਨੇ ਫਾਰਮਿੰਗ ਦੇ ਵਿੱਚ। ਇੰਡੀਆ ਦੇ ਵਿੱਚ ਇੰਡਸਟਰੀਲਾਈਜੇਸ਼ਨ ਆਉਣੀ ਚਾਹੀਦੀ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਪਰ ਉਹ ਨਾਲ ਲੱਗਦੇ ਐਗਰੋ ਇੰਡਸਟਰੀਜ਼ ਜੇ ਲੱਗਣ ਤਾਂ ਜ਼ਿਆਦਾ ਬੈਟਰ।
ਮੇਰੇ ਪੁੱਛਣ ਦਾ ਮਤਲਬ ਇਹ ਸੀਗਾ ਕਿ ਮੁੱਦੇ ਉਲਝੇ ਵੀ ਬੜੇ, ਕਿਸਾਨ ਸ਼ਹੀਦ ਹੋਏ ਨੇ, ਉਹ ਮਾਵਾਂ ਤੁਹਾਡੇ ਵੱਲ ਦੇਖ ਰਹੀਆਂ ਨੇ, ਜਿਨ੍ਹਾਂ ਦੇ ਪੁੱਤਾਂ ਦੇ ਉੱਤੇ ਪਰਚੇ ਪਏ ਨੇ ਉਹ ਵੀ ਮਾਵਾਂ ਤੁਹਾਡੇ ਵੱਲ ਦੇਖ ਰਹੀਆਂ ਨੇ, ਲਖੀਮਪੁਰੀ ਹੈ, ਹੋਰ ਬੜੇ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ, ਚਾਹੇ NRIਆਂ ਦਾ ਮਸਲਾ। ਹੁਣ ਇਹ ਮਸਲਿਆਂ ਦੇ ਉੱਪਰ ਸਰਕਾਰ ਨਾਲ ਗੱਲਬਾਤ ਹੋਣੀ ਹੈ? ਬਿਲਕੁਲ, ਜਿਹਨਾਂ ਦੇਖੋ ਸ਼ਹੀਦ ਹੋਏ ਆ ਉਹਨਾਂ ਦੇ ਬੰਦੇ ਤਾਂ ਨਹੀਂ ਮੁੜ ਕੇ ਜਾ ਸਕਦੇ, ਪਰ ਆਹ ਜਿਹੜਾ ਅੰਦੋਲਨ ਆ ਉਹਨਾਂ ਨੇ ਨੀਹਾਂ ਦੇ ਉੱਤੇ ਹੀ ਖੜਾ ਵਾ, ਉਹਨਾਂ ਨੂੰ ਸਦਾ ਯਾਦ ਕੀਤਾ ਜਾਊਗਾ। ਜਿਨ੍ਹਾਂ ਦੇ ਪਰਚੇ ਹੋਏ ਆ, ਜਿਨ੍ਹਾਂ ਦੇ ਵਾਹੀਕਲ ਅੱਜ ਵੀ ਦਿੱਲੀ ਦੇ ਥਾਣਿਆਂ ਦੇ ਵਿੱਚ ਨੇ, ਈਵਨ ਮੋਬਾਈਲ ਤੱਕ, ਸਕੂਟਰ ਤੱਕ, ਟਰੈਕਟਰ ਤੱਕ, ਕਾਰਾਂ ਤੱਕ, NI ਦੇ ਨੋਟਿਸ ਜਿਹੜੇ ਆਏ ਹੋਏ ਨੇ, ਉਹ ਹੁਣ ਸਾਰੀਆਂ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਉਹ ਡਿਸਕਸ ਕੀਤੀਆਂ ਜਾਣਗੀਆਂ। ਉਹੀ 9 ਮੈਂਬਰੀ 'ਚ ਡਿਸਕਸ ਕੀਤੀ ਜਾ ਰਹੀਆਂ 32 'ਚ ਵੀ ਇੱਕ ਇੱਕ ਪਹਿਲੂ ਤੇ ਆਪਾਂ ਨਜ਼ਰ ਡਾਲ ਕੇ, ਜਿਵੇਂ ਲਖੀਮਪੁਰ ਖੇੜੀ ਦਾ ਕੇਸ ਆ, ਜਿਵੇਂ ਕਰਨਾਲ ਜਿਹੜੀ ਲਾਠੀਚਾਰਜ ਹੋਇਆ ਸੀ ਉਹਦਾ ਕੇਸ ਆ, ਮਤਲਬ ਇਹ ਬਹੁਤ ਕੇਸਿਸ ਨੇ ਜਿਹੜੇ ਕਲੱਬ ਕਰਕੇ ਸਰਕਾਰ ਨਾਲ ਗੱਲ ਕਰਨੀ ਪਊਗੀ ਵੀ ਇਹ ਸਾਰੇ। ਵੈਸੇ ਆਮ ਐਜੀਟੇਸ਼ਨ ਦੇ ਵਿੱਚ ਜਦੋਂ ਤੁਸੀਂ ਐਜੀਟੇਸ਼ਨ ਨੂੰ ਇੱਕ ਜਿੱਤ ਪ੍ਰਾਪਤ ਕਰ ਲੈਂਦੇ ਹੋ ਤਾਂ ਸਰਕਾਰਾਂ ਨੂੰ ਹੁੰਦਾ ਵੀ ਜਿਹੜੇ ਵੀ ਉਸ ਐਜੀਟੇਸ਼ਨ ਦੇ ਦੌਰਾਨ ਕੇਸ ਹੋਏ ਹੁੰਦੇ ਆ ਉਹਨਾਂ ਨੂੰ ਵਾਪਸ ਲੈਣਾ ਹੁੰਦਾ। ਇਹ ਪ੍ਰੋਸੀਜਰ ਆ, ਕਿਹੜੇ ਪ੍ਰੋਸੀਜਰ ਕੋਈ ਘੱਟ ਨਾ ਰਹਿ ਜੇ, ਹਰ ਪਹਿਲੂ ਦੇਖਿਆ ਜਾਵੇ ਤਾਂ ਹੀ ਇਹਨੂੰ ਵੇਟ ਐਂਡ ਵਾਚ। ਹਾਲੇ ਤੁਹਾਨੂੰ ਕਹਿ ਰਹੇ ਆ ਵੀ ਹਾਲੇ ਸਾਨੂੰ ਸਾਰਾ ਵਾਚ ਕਰ ਲੈਣ ਦਿਓ ਕਿਹੜੀ ਕਿਹੜੀ ਚੀਜ਼ ਸਮਿਟਣੀ ਆ, ਕਿਉਂਕਿ ਬਹੁਤ ਵੱਡਾ ਅੰਦੋਲਨ ਸੀ, ਬਹੁਤ ਵੱਡੇ ਲੋਕਾਂ ਦਾ ਸਹਿਯੋਗ ਸੀ, ਬਹੁਤ ਵੱਡੇ ਲੋਕਾਂ ਨੇ ਕੁਰਬਾਨੀਆਂ, ਤਰ੍ਹਾਂ ਦੀਆਂ ਇਕਨੋਮਿਕਲ ਕੁਰਬਾਨੀਆਂ ਹੋਈਆਂ, ਕਈਆਂ ਦੀਆਂ ਜਾਨਾਂ ਗਈਆਂ ਨੇ। ਉਹਨਾਂ ਨੂੰ ਸਾਰਿਆਂ ਨੂੰ ਵਾਚ ਕਰਕੇ ਉਹ ਸਰਕਾਰ ਨਾਲ ਬੈਠ ਕੇ ਉਹ ਮੰਗਾਂ ਵੀ ਜਿਹੜੀਆਂ ਸਾਡੀ ਪੈਂਡਿੰਗ ਰਹਿੰਦੀਆਂ ਛੋਟੀਆਂ ਜਾਂ ਤੁਸੀਂ ਤੁਹਾਡੇ ਕਹਿਣ ਕੋਈ ਜਨਰੇਟ ਹੋ ਗਈਆਂ ਸੀਗੀਆਂ ਇਹ 'ਚ, ਉਹਨਾਂ ਨੂੰ ਨਿਪਟਾਰਾ ਕੀਤਾ ਜਾਊਗਾ। ਘੱਟ ਸਮਝ ਇੱਕ ਦੋ ਸਵਾਲ ਜਿਹੜੇ ਆ ਤੁਹਾਡੇ ਕੋਲ ਲੈਣਾ ਚਾਹੁੰਦਾ। ਹੁਣ ਪੰਜਾਬ ਦੀ ਰਾਜਨੀਤੀ ਦੀ ਨਿਗਾਹ ਵੀ ਤੁਹਾਡੇ ਉੱਤੇ ਆ, ਪੰਜਾਬ ਦੇ ਲੋਕਾਂ ਦੀ ਨਿਗਾਹ ਵੀ ਤੁਹਾਡੇ ਉੱਤੇ ਆ ਕਿ ਤੁਸੀਂ ਆ ਕੇ ਪੰਜਾਬ ਹੁਣ ਕਰੋਗੇ ਕੀ? ਉਹੀ ਸੰਘਰਸ਼ ਰੱਖੋਗੇ DC ਦਫ਼ਤਰਾਂ ਵਾਲੇ ਕਿ ਜਾਂ ਫਿਰ ਤੁਸੀਂ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਪੈਰ ਰੱਖਣੇ? ਜਿਵੇਂ ਅਸੀਂ ਇਕੱਠੇ ਰਲ ਕੇ ਚੱਲੇ ਆ, ਬਾਬਾ ਜੀ ਸਾਨੂੰ ਹੁਕਮ ਦੇਣ, ਸਾਨੂੰ ਇਹ ਸਮਰਥ ਬਖਸ਼ਣ, ਅਸੀਂ ਇਕੱਠੇ ਰਹੀਏ। ਇਕੱਠ ਦੇ ਵਿੱਚ ਜਿਹੜੀ ਜਿੱਤ ਹੋਈ ਆ ਤੁਹਾਡੇ ਸਾਹਮਣੇ ਆ। ਜੇ ਅਸੀਂ ਇਕੱਠੇ ਰਹੀਏ ਤਾਂ ਹਰ ਤਰ੍ਹਾਂ ਦੀ ਡੈਮੋਕ੍ਰੇਸੀ ਅਸੀਂ ਲਾਗੂ ਕਰ ਦਾਂਗੇ, ਲੋਕ ਰਾਜ ਲਿਆਉਣ 'ਚ ਵੀ ਸਫਲ ਹੋ ਸਕਦੇ ਆ। ਜਿਵੇਂ ਵੀ ਆਹ ਲੜਾਈ ਜਿੱਤਦੇ ਆ ਫਿਰ ਅਗਲੀ ਗੱਲ ਅਸੀਂ ਬਾਅਦ ਸੋਚਾਂਗੇ। ਤੁਹਾਡੀ ਇੱਛਾ ਹੈ ਕੋਈ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਦੀ? ਨਹੀਂ, ਹਾਲੇ ਸਾਡੀ ਕੋਈ ਇੱਛਾ ਨਹੀਂ। ਅਸੀਂ ਪ੍ਰੈਸ਼ਰ ਗਰੁੱਪ ਤੌਰ ਤੇ ਆਏ ਆ। ਜਿਹੜੀ ਪ੍ਰੈਸ਼ਰ ਗਰੁੱਪ ਤੌਰ ਤੇ ਅਸੀਂ ਵੱਡੀ ਲੜਾਈ ਲੜ ਸਕਦੇ ਸੀ, ਜਿੱਤ ਸਕਦੇ ਸੀ, ਉਹ ਅਸੀਂ ਜਿੱਤ ਦੀ ਝੋਲੀ ਸਾਡੇ ਪਈ ਆ। ਸਾਨੂੰ ਇਹੀ ਮਾਣ ਆ ਵੀ ਇਹ ਲੋਕਾਂ ਨੇ ਜੋ ਸਾਡਾ ਸਾਥ ਦਿੱਤਾ, ਜੋ ਲੋਕਾਂ ਨਾਲ ਵਾਅਦਾ ਕਰਕੇ ਘਰੋਂ ਲੈ ਕੇ ਆਏ ਸੀ ਟਰੈਕਟਰ ਟਰਾਲੀਆਂ, ਅਸੀਂ ਉਹ ਪੂਰਾ ਕੀਤਾ। ਇੱਕ ਗੱਲ ਦਾ ਤਾਂ ਮਾਣ ਹੋਣਾ ਕਿ ਕੋਈ ਦਾਗ ਨਹੀਂ ਰਿਹਾ, ਕਿਉਂਕਿ ਜੇ ਪੰਜਾਬ ਨੂੰ ਮੁੜਦੇ ਕੋਈ 2-4 ਸਾਲ ਦਾ ਆਪਾਂ ਸਟੇ ਲਾ ਲੈਂਦੇ ਤਾਂ ਫਿਰ ਇਹ ਦਾਗ ਲੱਗ ਜਾਣੇ ਸੀ। ਦੇਖੋ, ਹਰ ਗੱਲ ਜਦੋਂ ਕੱਚੀ ਰਹਿ ਜੇ ਤਾਂ ਉਹਨੂੰ ਕੱਚੀ ਕਿਹਾ ਜਾ ਸਕਦਾ। ਜਦੋਂ ਆਪਾਂ ਅੱਜ 3 ਰਿਪੀਲ ਸੁਣੇ ਆ, ਜਿਨ੍ਹਾਂ ਨੇ ਵੀ TV ਤੇ ਸੁਣਿਆ, ਮੈਨੂੰ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਹੁਣ ਇਹਦੇ ਕੁਝ ਕਸਰ ਆ ਕੋਈ, ਵੀ 3 ਕਾਨੂੰਨ 3 ਰਿਪੀਲ। ਤੇ ਜਿਹੜਾ ਸ਼ਬਦ ਲੈਣ ਨੂੰ ਸਰਕਾਰ ਦੇ ਮੂੰਹੋਂ ਲੈਣਾ ਔਖਾ ਸੀ ਤੇ ਉਹ ਪ੍ਰਧਾਨ ਮੰਤਰੀ ਨੂੰ ਲੈਣਾ ਪਿਆ, ਤੇ ਇਸ ਤੋਂ ਵੱਡੀ ਖੁਸ਼ੀ ਕੋਈ ਪੰਜਾਬੀ ਵਾਸਤੇ ਜਾਂ ਕੋਈ ਕਿਸਾਨ ਵਾਸਤੇ ਨਹੀਂ ਹੋ ਸਕਦੀ। ਧੰਨਵਾਦ ਗੱਲਬਾਤ ਕਰ ਲਈ। ਸੋ ਇਹ ਨੇ ਹਰਮੀਤ ਕਾਦੀਆਂ, ਜਿਨ੍ਹਾਂ ਨੇ ਕਿਹਾ ਕਿ ਏਕਤਾ ਦੇ ਵਿੱਚ ਹੀ ਬਾਲਾ, ਏਕਤਾ ਸੀਗੀ ਤਾਂ ਅਸੀਂ ਇਸ ਸੰਘਰਸ਼ ਨੂੰ ਜਿੱਤ ਪਾਏ ਆ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਲਿਖਤੀ ਰੂਪ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ, ਫਿਰ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਲੀਡਰ ਆਉਂਦੇ ਨੇ ਜਾਂ ਨਹੀਂ, ਇਹ ਫੈਸਲਾ ਬਾਅਦ ਵਿੱਚ ਹੋਵੇਗਾ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ।